पंजाब च क्यों नहीं, पंजाब दे क्यों नहीं होंदी भी केस? ਇਹ ਸਿਰਫ ਲੀਡਰਾਂ ਕਰਕੇ ਇਹ ਆਪਣੇ ਆਪ ਨੂੰ ਸਹੀ ਸਾਬਤ ਦਿਖਾਉਣ ਦੀ ਖਾਤਰ ਨਸ਼ਾ ਮੁਕਤ ਨਸ਼ਾ ਇਹਨਾਂ ਦੀ ਸੌਰੀ ਯਾਰ ਤੁਸੀਂ ਆਮ ਖਸਖਸ ਕਰਿਆਨੇ ਦੀ ਦੁਕਾਨ ਤੇ ਮਿਲਦੀ ਆ, ਚਲੋ ਜੇ ਮਾੜੀ ਆ ਫਿਰ ਪੂਰੇ ਦੇਸ਼ 'ਚ ਬੰਦ ਕਰ ਦਿਓ। ਇਹ ਤਾਂ ਹੈ ਨਹੀਂ ਵੀ ਇਕੱਲੇ ਪੰਜਾਬ ਲਈ ਮਾੜੀ ਆ, 12 ਸੂਬਿਆਂ ਲਈ ਚੰਗੀ ਆ। शराब के ठेके बंद हो जाएंगे, खस आ गई तो ਤੁਸੀਂ नशा घट जाऊगा। ਪਹਿਲਾਂ ਤਾਂ ਦਵਾ ਕੰਪਨੀਆਂ ਉੱਡ ਜਾਣੀਆਂ ਆ, ਬਲੱਡ ਪ੍ਰੈਸ਼ਰ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਬੀਪੀ, ਇਹ ਸੰਪत्तियां ਦੀ ਲੋੜ ਹੀ ਕੋਈ ਨਹੀਂ। ਇਹ ਸਭ WHO ਨਾਲ ਰਲ ਕੇ ਭੰਬਲ ਭੂਸਾ ਪਾਇਆ। ਖਸਖਸ 2000 रुपए किलो। लीडर क्यों नहीं चाहते? मेन मोटा सवाल, लीडर क्यों नहीं चाहते खस के? ਐਵੇਂ ਭੰਬਲ ਭੂਸਾ ਵੀ ਲੋਕ ਕਹਿਣਗੇ ਹਾਏ ਹਾਏ ਆਹ ਫੀਮ ਖੋਲ ਗਿਆ, ਆਹ ਪੋਸਟ ਖੋਲ ਗਿਆ। ਉਹ ਜਿਹੜੇ ਬੰਦ ਕਰਕੇ ਉਹਨਾਂ ਦੀ ਜਾਨ ਨੂੰ ਵੀ ਤਾਂ ਲੋਕ ਰੋਂਦੇ ਹੀ ਆ। ਜਾਂ ਤਾਂ ਫਿਰ ਪੂਰੇ ਦੇਸ਼ 'ਚ ਬੰਦ, ਨਹੀਂ ਅਦਰ ਸਟੇਟਾਂ ਦੀ ਵੇਸਟੇਜ ਹੀ ਸਾਨੂੰ ਮਿਲ ਜੇ। ਇਹਨਾਂ ਦੇ ਮੈਡੀਕਲ ਡੋਪ ਟੈਸਟ ਹੀ ਹੋ ਜਾਣ ਵੀ ਇਹ ਨਸ਼ਾ ਮੁਕਤ ਪੰਜਾਬ ਬਣਾਉਣ ਵਾਲੇ ਖੁਦ ਕਿੰਨਾ ਕੁ ਨਸ਼ਾ ਮੁਕਤ ਨੇ। ਬ੍ਰੇਨ ਮੈਪਿੰਗ, ਨਾਰਕੋ ਟੈਸਟ, ਲਾਈਵ ਡਿਟੈਕਟ, ਉਹ ਸਾਰੇ ਕਰਕੇ ਬੋਡੀ ਸਕੈਨ ਕਰਕੇ ਇਹਨਾਂ ਨੂੰ ਅੰਦਰ ਬਾੜਿਆ ਜਾਵੇ, ਕਿਉਂਕਿ ਲਿਫਾਫੇ 'ਚ ਕਿਸੇ ਹੋਰ ਦਾ ਪਿਸ਼ਾਬ ਲਿਆ ਕੇ ਵੀ ਸਿੰਪਲ ਡੱਬੀ 'ਚ ਪਾ ਕੇ ਦੇ ਸਕਦੇ ਆ। ਜੁਦੇਨ ਕਹਿੰਦੇ ਜੁਦੇਨ ਦਾ ਵੀ ਟੈਸਟ ਹੋਣਾ ਚਾਹੀਦਾ। ਯਕੀਨ ਨਹੀਂ ਹੈਗਾ ਵੀ ਜੁਦੇਨ ਤਾਂ ਆਪਣੇ ਲੈ ਕੇ ਜਾਣਗੇ ਕਿ ਲੀਡਰਾਂ ਤੇ ਇਹਨਾਂ ਵੀ ਯਕੀਨ ਨਹੀਂ ਰਹਿ ਗਿਆ? ਬਿਲਕੁਲ ਨਹੀਂ ਯਕੀਨ ਇਹਨਾਂ ਤੇ। ਇਹ ਤਾਂ ਫੋਨ ਕਰਾ ਕੇ ਲੋਕਾਂ ਦੇ ਡੋਪ ਟੈਸਟ ਪਾਸ ਕਰਾਉਂਦੇ ਆ। ਇਹ ਮੈਂ ਦੇਖਣਾ ਵੀ ਇਹਨਾਂ ਦਾ ਕੌਣ ਕਰਾਉਂਦਾ। ਜਮੇਰ ਪਾਊਡਰਾਂ ਦੇ ਬੋਡੀ ਸਕੈਨਰ ਲੱਗੇ ਆ, ਉਵੇਂ ਪਲਾਸਟਿਕ ਦੇ ਲਿਫਾਫੇ ਕਿਸੇ ਹੋਰ ਦਾ ਪਿਸ਼ਾਬ ਪਾ ਕੇ ਦੇ ਦੇਣ। ਇਹਨਾਂ ਦਾ ਬਲੱਡ ਸੈਂਪਲ ਜਦੋਂ ਲਿੱਤਾ ਜਾਣਾ ਵਾ ਉਹਦੀ ਬਕਾਇਦਾ ਵੀਡੀਓਗ੍ਰਾਫੀ ਹੋਣੀ ਆ। ਅਸੀਂ ਯਕੀਨ ਤੇ ਤਾਂ ਲੋਕ ਵੋਟਾਂ ਵੀ ਪਾ ਦੇਣਾ। ਤੁਸੀਂ ਤਾਂ ਜੁਦੇਨ ਦੀ ਗੱਲ ਕਰਦੇ ਉਸ ਤੇ ਵੀ ਯਕੀਨ ਨਹੀਂ, ਫਿਰ ਲੋਕ ਯਕੀਨ ਕਰਕੇ ਵੋਟਾਂ ਵੀ ਤਾਂ ਪਾ ਦੇਣਾ। ਤਾਂ ਲੋਕਾਂ ਕੋਲੇ ਆਪਸ਼ਨ ਕੀ ਆ? ਤੁਸੀਂ ਇਹ ਦੇਖ ਲਓ ਵੀ ਬਾਦਲ ਆਪਦੀਆਂ 7 ਪੀੜ੍ਹੀਆਂ ਨੂੰ ਕਹਿ ਜੂਗਾ ਵੀ ਕਦੇ ਵੋਟਾਂ ਦਾ ਬਾਈਕਾਟ ਨਾ ਕਰਿਓ। ਜੇ ਲੋਕ ਵੋਟਾਂ ਨਾ ਪਾਣ ਜਾਣਗੇ, ਜਿਹੜੇ ਇਹਨਾਂ ਦੇ ਯਾਰ ਪਿੱਠੂ ਆ 4-4 5-5 ਉਹ ਜਾ ਕੇ ਪਾਣਗੇ ਤਾਂ ਵੀ ਜਿੱਤਣ ਜਾਣਗੇ, ਕਿਉਂਕਿ ਸੰਵਿਧਾਨ ਨੇ ਜਦੋਂ ਇਲੈਕਸ਼ਨ ਅਨਾਉਂਸ ਕਰਤਾ ਵੋਟਾਂ ਜਿਹਨੂੰ 10 ਪੈ ਗਈਆਂ 9 ਪੈ ਗਈਆਂ ਉਹ 10 ਨਾਲ ਜਿੱਤੂਗਾ। ਪੜ੍ਹੇ ਲਿਖੇ ਜੇ ਕੋਈ ਵਿਅਕਤੀ ਪੜ੍ਹਿਆ ਲਿਖਿਆ ਡੀਸੀ ਜਾਂ ਆਈਐਸ ਆਫੀਸਰ ਬਣ ਸਕਦਾ, ਫਿਰ ਨੇਤਾ ਦੀ ਵੀ ਕੀ ਪੜ੍ਹੀ ਹੁੰਦੀ ਕੈਟਾਗਰੀ ਹੋਣੀ ਚਾਹੀਦੀ ਵੀ ਕਿੰਨੇ ਪੜ੍ਹੇ ਹੋਣੇ ਚਾਹੀਦੇ? ਉਹ ਤਾਂ ਸਰ ਬਹੁਤ ਦੂਰ ਦੀ ਗੱਲ ਆ। ਤੁਸੀਂ ਆ ਡੋਪ ਟੈਸਟ ਜੀ ਜਲਵਾ ਪੇਸ਼ ਹੋਇਆ ਲਓ, 80% ਨੇਤਾ ਤੁਹਾਡੇ ਫੁਰ ਡੋਲੋ ਦੀ ਗੋਲੀ ਤੱਕ ਬੋਲ ਪੈਣੀ ਇਹਨਾਂ 'ਚ। ਇਹ ਕਿਹੜਾ ਵਾ ਜਿਹੜਾ ਗੋਲੀ ਨਹੀਂ ਖਾਂਦਾ? ਕੋਈ ਆਯੁਰਵੈਦਿਕ ਦੇ ਨਾਂ ਤੇ, ਕੋਈ ਐਲੋਪੈਥਿਕ ਦੇ ਨਾਂ ਤੇ ਕੋਈ ਡਾਇਰੈਕਟ। ਇਹ ਤਾਂ ਪਿਓਰ ਆਈਸ ਛਕਣ ਵਾਲੇ ਆ। ਇਹ ਜਿਹੜੀ ਆਮ ਫੀਮ ਖਾਂਦੇ ਆ ਨਾ ਲੋਕ, ਇਹ ਤਾਂ 10ਵੇਂ ਦਰਜੇ ਦੀ ਆ। ਇਹਨਾਂ ਨੂੰ ਤਾਂ ਕੱਚ ਵਰਗੀ ਜਾਂਦੀ ਆ, ਜੀਭ ਤੇ ਰੱਖੋ ਛਾਲਾ ਪੈ ਜਾਵੇ। ਮੈਂ ਤਾਂ ਦੇਖਿਆ ਬਹੁਤ ਮੰਤਰੀਆਂ ਦੇ ਹਾਲ। ਆ ਮੈਡਮ ਸਿੱਧੂ ਕਹਿੰਦੀ ਮੈਂ ਬਾਦਲ ਨੂੰ ਖੁਦ ਖਾਂਦੇ ਦੇਖਿਆ ਵਾ। ਠੀਕ ਹੈ, ਦੋਨੇ ਬਾਦਲ ਖਾਂਦੇ ਆ ਜੀ, ਖਾਣੇ ਦੇ ਟੇਬਲ ਤੇ ਪਈ ਹੁੰਦੀ ਆ, ਸਾਰੀ ਫੇਸਬੁੱਕ ਤੇ ਇਹਦੀ ਵੀਡੀਓ ਆ। ਜਦੋਂ ਗੱਲ ਹੁੰਦੀ ਹੈ ਮੁਲਾਜ਼ਮਾਂ ਦੀ, ਗਵਰਨਮੈਂਟ ਦੀ ਨੌਕਰੀਆਂ ਨਿਕਲਦੀਆਂ ਨੇ, ਉਸ ਵਿੱਚ ਡੋਪ ਟੈਸਟ ਦੀ ਗੱਲ ਕੀਤੀ ਜਾਂਦੀ ਹੈ ਵੀ ਕੋਈ ਵੀ ਵਿਅਕਤੀ ਨਸ਼ਾ ਨਾ ਕਰਦਾ ਹੋਵੇ। ਹੁਣ ਇੱਕ ਹੋਰ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਸੰਜੇ ਕੁਮਾਰ ਪਕੀਜਾ ਵੱਲੋਂ। ਇਲੈਕਸ਼ਨ ਕਮਿਸ਼ਨ ਕੋਲ ਆਏ ਨੇ, ਅੱਜ ਇੱਕ ਚਿੱਠੀ ਲੈ ਕੇ ਆਏ ਨੇ। ਚਿੱਠੀ ਵਿੱਚ ਲਿਖਿਆ ਗਿਆ ਜਿੰਨੇ ਵੀ 117 ਸੀਟਾਂ ਦੇ ਉੱਤੇ ਚੋਣਾਂ ਹੋਣੀਆਂ ਨੇ ਪੰਜਾਬ ਦੇ ਵਿੱਚ, ਉਸ ਪਰ ਜਿੰਨੇ ਵੀ ਉਮੀਦਵਾਰ ਖੜੇ ਹੋਣਗੇ ਉਹਨਾਂ ਦੇ ਬਕਾਇਦਾ ਟੈਸਟ ਕੀਤੇ ਜਾਣ, ਡੋਪ ਟੈਸਟ ਕੀਤੇ ਜਾਣ ਕਿ ਉਹ ਕਿਤੇ ਵੀ ਨਸ਼ਾ ਨਹੀਂ ਕਰਦੇ। ਸਾਡੇ ਨਾਲ ਪਕੀਜਾ ਜੀ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਖੁਦ ਕਿਹੜੀ ਫਾਈਲਾਂ ਖੋਦ ਕੇ ਲੈ ਕੇ ਆਏ ਨੇ, ਪਿਛਲੇ ਸਮੇਂ ਦੀ ਅਖਬਾਰ ਦੀ ਕਟੀਆਂ ਲੈ ਕੇ ਆਏ ਹੋਏ ਨੇ। ਪਿਛਲੇ ਕਈ ਸਾਲੋਂ ਤੇ ਮੁੱਦਾ ਚੁੱਕਦੇ ਸਨ ਪਰ ਕੋਈ ਨਾਲ ਚੱਲਣ ਨੂੰ ਤਿਆਰ ਨਹੀਂ ਹੈਗਾ ਸੀ। ਅੱਜ ਦੁਬਾਰਾ ਫਿਰ ਇਲੈਕਸ਼ਨ ਕਮਿਸ਼ਨ ਕੋਲ ਆਏ ਨੇ। ਪਹਿਲਾਂ ਤਾਂ ਸ਼ੁਰੂਆਤ ਕਰਾਂਗੇ ਵੀ ਕਿਹੜੀ ਮੰਗਾਂ ਇਹ ਕਰਦੇ ਨੇ, ਡਿਮਾਂਡ ਕਿਹੜੀ ਇਹਨਾਂ ਦੀ, ਕਿਹੜੀ ਡਿਮਾਂਡ ਦੇ ਉੱਤੇ ਇਹ ਚਰਚਾ ਕਰਦੇ ਨੇ। ਉਹ ਚੋਣ ਕਮਿਸ਼ਨ ਨੂੰ ਜਾ ਕੇ ਕਿਹੜੀਆਂ ਵੀ ਡਿਮਾਂਡ ਰੱਖਦੇ ਨੇ ਵੀ ਜੋ ਉਮੀਦਵਾਰ ਉਤਰਨਗੇ ਕਿਹੜੇ ਟੈਸਟ ਉਹਨਾਂ ਦੇ ਹੋਣੇ ਚਾਹੀਦੇ ਨੇ। ਪਤਾ ਸਭ ਨੂੰ ਹੈ ਵੀ 58 ਜਾਂ 60 ਸਾਲ ਦੀ ਉਮਰ ਤੋਂ ਬਾਅਦ ਕੋਈ ਵੀ ਵਿਅਕਤੀ ਸਰਕਾਰੀ ਨੌਕਰੀ ਨਹੀਂ ਕਰ ਸਕਦਾ। ਕਿਹਾ ਜਾਂਦਾ ਕਿ ਉਹ ਫਿਜ਼ੀਕਲ ਠੀਕ ਨਹੀਂ ਹੁੰਦਾ, ਉਹ ਫਿਜ਼ੀਕਲ ਦੇ ਤੌਰ ਉੱਤੇ ਸੇਵਾਵਾਂ ਨਹੀਂ ਦੇ ਪਾਉਂਦਾ, ਫਿਰ 90-80 ਸਾਲ ਤੱਕ ਮੁੱਖ ਮੰਤਰੀ ਕਿਉਂ ਬਣ ਜਾਂਦੇ ਨੇ? ਇਹ ਸਭ ਤੋਂ ਵੱਡਾ ਸਵਾਲ ਹੈ ਕਿ ਉਹਨਾਂ ਦੀ ਵੀ ਕੋਈ ਰਿਟਾਇਰਮੈਂਟ ਦੀ ਉਮਰ ਹੋਣੀ ਚਾਹੀਦੀ ਹੈ। ਇੱਥੇ ਵੀ ਚਰਚਾ ਕਰਨ ਦਾ ਵਿਸ਼ਾ ਬਣਦਾ ਤੇ ਸਾਨੂੰ ਪਕੀਜਾ ਜੀ ਨੇ ਬਹੁਤ ਸਵਾਗਤ ਹੈ। ਪਕੀਜਾ ਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ। ਸਵਾਲ ਮੇਰਾ ਪਹਿਲਾਂ ਇਹੀ ਹੈ ਕਿ ਚੋਣ ਕਮਿਸ਼ਨ ਨੂੰ ਕੀ ਅੱਜ ਚਿੱਠੀ ਵਿੱਚ ਲਿਖਿਆ, ਤੁਸੀਂ ਕੀ ਚਿੱਠੀ ਵਿੱਚ ਲਿਖ ਕੇ ਦੇਣਾ ਚਾਹੁੰਦੇ ਹੋ? ਕਿਹੜੀ ਸਮੱਸਿਆਵਾਂ ਜੋ ਤੁਸੀਂ ਕਹਿ ਰਹੇ ਹੋ ਵੀ ਸਮੱਸਿਆਵਾਂ ਹੈਗੀਆਂ ਨੇ, 107 ਸੀਟਾਂ ਦੇ ਉੱਤੇ ਉਮੀਦਵਾਰ ਉਤਾਰੇ ਜਾਣਗੇ, ਕਿਹੜੇ ਟੈਸਟ ਦੀ ਤੁਸੀਂ ਚੋਣ ਕਮਿਸ਼ਨ ਲਿਖ ਕੇ ਦੇ ਦਿਓ? ਸਰ ਜੀ ਅਸੀਂ ਡਿਮਾਂਡ ਕੀਤੀ ਆ ਬਈ ਸਭ ਤੋਂ ਪਹਿਲੀ ਸਾਡੀ ਡਿਮਾਂਡ ਸੀ ਇਹਦੀ ਵਜ੍ਹਾ ਕਿੱਥੋਂ ਉਪਜੀ ਵੀ ਅਸੀਂ ਅੱਜ ਇਹਨਾਂ ਦਾ ਡੋਪ ਟੈਸਟ ਦੀ ਡਿਮਾਂਡ ਕਿਉਂ ਕਰਦੇ ਹਾਂ। ਅਸੀਂ ਪੰਜਾਬ ਸੂਬੇ 'ਚ ਖਸਖਸ ਦੀ ਬਿਜਾਈ ਲਈ, ਜੇ ਬਿਜਾਈ ਨਹੀਂ ਹੋ ਸਕਦੀ, ਖੇਤੀ ਨਹੀਂ ਹੋ ਸਕਦੀ ਤਾਂ ਉਹਦੇ ਉੱਪਰਲੀ ਛਿਲਕੇ ਦੇ ਉਹਦੇ ਅਰਕ ਦੇ ਲਾਇਸੈਂਸ ਬਣਵਾਉਣ ਦੀ, ਜਿਵੇਂ 12 ਸੂਬੇ 'ਚ ਹੁੰਦੀ ਉਹਦੀ ਵੇਸਟੇਜ ਦੇਣ ਦੀ। ਨਵਜੋਤ ਸਿੰਘ ਸਿੱਧੂ, ਚੰਨੀ ਸਾਹਿਬ, ਚੀਫ ਸੈਕਟਰੀ ਪੰਜਾਬ, ਗਵਰਨਰ, ਸਪੀਕਰ ਸਾਹਿਬ, ਹੈਲਥ ਸਿਸਟਮ, ਐਗਰੀਕਲਚਰ, ਸਿਹਤ ਪਰਿਵਾਰ ਭਲਾਈ, ਐਕਸਾਈਜ਼,
ਡੀਜੀਪੀ ਹੋਮ ਸੈਕਟਰੀ ਕੋਈ ਨਹੀਂ ਛੱਡਿਆ ਜੀ। ਸਾਰਿਆਂ ਦੇ ਲੈਟਰਾਂ ਦੇ ਵਿੱਚ ਆ, ਦਿੱਤੇ ਹੋਏ ਮੰਗ ਪੱਤਰ ਵੀ, ਉਹਨਾਂ ਤੋਂ ਪ੍ਰਾਪਤ ਸਰਕਾਰੀ ਪੱਤਰ ਵੀ, ਉਹ ਸਾਰੇ ਪੱਤਰਾਂ ਨੂੰ ਲੈ ਕੇ ਅਸੀਂ ਉਹ ਖਸਖਸ ਜਿਵੇਂ ਆਮ ਕਰਿਆਨੇ ਦੀ ਦੁਕਾਨ ਤੇ ਵਿਕਦੀ ਆ ਉਹਦੀ ਬਿਜਾਈ ਦੀ ਮੰਗ ਕਰਦੇ ਸੀ। ਸਭ ਨੇ ਕਿਹਾ ਵੀ ਕਰਾਂਗੇ। ਵਿਧਾਨ ਸਭਾ 'ਚ ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ ਪਾਰਟੀ ਦੇ ਮੁਖੀ, ਸਰਬਜੀਤ ਕੌਰ ਮਾਣੂ ਕੇ ਵਿਧਾਇਕ ਵਿਰੋਧੀ ਧਿਰ ਦੀ ਉਪ ਨੇਤਾ, ਉਹ ਨੋਟਿਸ ਵੀ ਦੇ ਕੇ ਆਏ ਬੈਂਸ ਸਾਹਿਬ, ਤੇ ਐਤਕੀ ਸੈਸ਼ਨ 'ਚ ਚਰਚਾ ਨਹੀਂ ਹੋਈ। ਤੇ ਉਸ ਲਈ ਹੁਣ ਜ਼ਰੂਰੀ ਹੋ ਗਿਆ ਵੀ ਜਿਹੜੇ ਵਿਧਾਇਕ ਸਾਡਾ ਸਮਾਜ ਚਲਾਉਂਦੇ ਆ, ਜਿਨ੍ਹਾਂ ਦੇ ਕੀਤੇ ਗਏ ਜਿਨ੍ਹਾਂ ਦੇ ਚੁਣੇ ਜਾਣ ਤੋਂ ਬਾਅਦ ਸਰਕਾਰ ਬਣਨੀ ਆ, ਜਿਨ੍ਹਾਂ ਨੇ ਸਾਡੇ ਅੱਜ ਦਾ ਕੱਲ੍ਹ ਦਾ ਭਵਿੱਖ ਦਾ ਫੈਸਲਾ ਲੈਣਾ, ਜਿਹੜੇ ਲਿੱਤੇ ਗਏ ਫੈਸਲਿਆਂ ਤੇ ਸਾਡਾ ਆਉਣ ਵਾਲੀਆਂ ਨਸਲਾਂ ਪੀੜ੍ਹੀਆਂ ਦਾ ਭਵਿੱਖ ਸਥਾਪਿਤ ਆ, ਉਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਵਾ। ਵੀ ਕਿਉਂ ਨਹੀਂ, ਜਦੋਂ ਖਿਲਾੜੀਆਂ ਦੇ ਹੁੰਦੇ ਆ, ਅਸਲਾ ਰਿਨਿਊ ਕਰਵਾਉਣ ਵਾਲੇ ਦਾ ਹੁੰਦਾ, ਬੀਪੀ ਤੱਕ ਦਾ ਵੀ ਚੈੱਕ ਹੁੰਦਾ, ਬਲੱਡ ਪ੍ਰੈਸ਼ਰ ਦਾ, ਵੀ ਕੋਈ ਗੱਲ ਇਹਨਾਂ ਤੇ ਵੀ ਲਾਗੂ ਹੁੰਦੀ ਹੈ। ਇਹਨਾਂ ਦਾ ਹੋਰ ਕੋਈ ਪੋਲੀਟੀਕਲ ਬੰਦਿਆਂ ਦਾ ਇਲੈਕਸ਼ਨ ਲੜਨ ਦਾ ਕੋਈ ਨਿਯਮ ਹੀ ਹੈ ਨਹੀਂ। ਕਮ ਸੇ ਕਮ ਕੋਈ ਪੁਲਿਸ ਕਾਰਵਾਈ ਦਾ ਹੋਰ ਇੰਨਾ ਕੁ ਤਾਂ ਹੋਣਾ ਚਾਹੀਦਾ ਨਾ, ਇੰਨਾ ਕੁ ਤਾਂ ਹੋਣਾ ਚਾਹੀਦਾ ਨਾ ਬਈ ਇਹਨਾਂ ਦੇ ਮੈਡੀਕਲ ਡੋਪ ਟੈਸਟ ਹੀ ਹੋ ਜਾਣ ਵੀ ਇਹ ਨਸ਼ਾ ਮੁਕਤ ਪੰਜਾਬ ਬਣਾਉਣ ਵਾਲੇ ਖੁਦ ਕਿੰਨਾ ਕੁ ਨਸ਼ਾ ਮੁਕਤ ਨੇ। ਅੱਛਾ, ਇੱਕ ਸਵਾਲ ਤੁਸੀਂ ਹੁਣ ਜਿਵੇਂ ਖਾਸ ਬ੍ਰੇਨ ਮੈਪਿੰਗ, ਨਾਰਕੋ ਟੈਸਟ, ਲਾਈਵ ਡਿਟੈਕਟ, ਉਹ ਸਾਰੇ ਕਰਕੇ ਬੋਡੀ ਸਕੈਨ ਕਰਕੇ ਇਹਨਾਂ ਨੂੰ ਅੰਦਰ ਬਾੜਿਆ ਜਾਵੇ, ਕਿਉਂਕਿ ਲਿਫਾਫੇ 'ਚ ਕਿਸੇ ਹੋਰ ਦਾ ਪਿਸ਼ਾਬ ਲਿਆ ਕੇ ਵੀ ਸੈਂਪਲ ਡੱਬੀ 'ਚ ਪਾ ਕੇ ਦੇ ਸਕਦੇ ਆ। CBI ਦੇ ਸਿਟਿੰਗ ਜੱਜ ਜਸਟਿਸ ਜਗਦੀਪ ਸਿੰਘ ਜੀ ਦੀ ਨਿਗਰਾਨੀ 'ਚ ਕੇਰਲਾ ਆਂਧਰਾ ਦੇ ਡੈਪੂਟੇਸ਼ਨ ਤੇ ਇਲੈਕਸ਼ਨ ਕਮਿਸ਼ਨਰ ਸਾਹਿਬ ਡਾਕਟਰ ਸ਼੍ਰੀ ਐਸ ਕਰੁਣਾਨੀ ਜੀ ਰਾਜੂ ਜੀ ਨੇ ਮੰਗ ਲੈਣੇ ਆ। ਹਾਇਰ ਫੋਰੈਂਸਿਕ ਲੈਬ ਇਹਨਾਂ ਦੇ ਡੋਪ ਟੈਸਟ ਕਰਿਆ ਕਰੇਗੀ। ਉਹ ਡੋਪ ਟੈਸਟ ਦੀ ਡਿਮਾਂਡ ਅਸੀਂ ਹੁਣ ਕਰਨ ਜਾ ਰਹੇ ਹਾਂ। ਉੱਪਰ ਸਾਨੂੰ ਸੁਨੇਹਾ ਆ ਗਿਆ ਵਾ ਕਮਿਸ਼ਨਰ ਸਾਹਿਬ ਦਾ, ਤੇ ਉਹਨਾਂ ਨੂੰ ਮਿਲਣਾ ਵਾ। ਇਹਨਾਂ ਦੀ ਬ੍ਰੇਨ ਮੈਪਿੰਗ ਵੀ ਹੋਏਗੀ, ਜਲਦੀ ਹੋਏਗੀ। ਜੇ ਇੱਥੇ ਸਾਨੂੰ ਗਾਂ ਕੋ ਇਨਸਾਫ ਨਹੀਂ ਮਿਲਦਾ, ਇਹਦੇ ਲਈ ਜਲਦੀ ਅਸੀਂ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ। ਜੁਦੇਨ ਕਹਿੰਦੇ ਜੁਦੇਨ ਦਾ ਵੀ ਟੈਸਟ ਹੋਣਾ ਚਾਹੀਦਾ। ਯਕੀਨ ਨਹੀਂ ਹੈਗਾ ਵੀ ਜੁਦੇਨ ਤਾਂ ਆਪਣੇ ਹੀ ਲੈ ਕੇ ਜਾਣਗੇ ਕਿ ਲੀਡਰਾਂ ਤੇ ਇਹਨਾਂ ਵੀ ਯਕੀਨ ਨਹੀਂ ਰਹਿ ਗਿਆ। ਬਿਲਕੁਲ ਨਹੀਂ ਯਕੀਨ ਇਹਨਾਂ ਤੇ। ਇਹ ਤਾਂ ਫੋਨ ਕਰਾ ਕੇ ਲੋਕਾਂ ਦੇ ਡੋਪ ਟੈਸਟ ਪਾਸ ਕਰਾਉਂਦੇ ਆ। ਇਹ ਮੈਂ ਦੇਖਣਾ ਵੀ ਇਹਨਾਂ ਦਾ ਕੌਣ ਕਰਾਉਂਦਾ। ਜਮੇਰ ਪਾਊਡਰਾਂ ਦੇ ਬੋਡੀ ਸਕੈਨਰ ਲੱਗੇ ਆ, ਉਵੇਂ ਪਲਾਸਟਿਕ ਦੇ ਲਿਫਾਫੇ ਕਿਸੇ ਹੋਰ ਦਾ ਪਿਸ਼ਾਬ ਪਾ ਕੇ ਦੇ ਦੇਣ। ਇਹਨਾਂ ਦਾ ਬਲੱਡ ਸੈਂਪਲ ਜਦੋਂ ਲਿੱਤਾ ਜਾਣਾ ਵਾ ਉਹਦੀ ਬਕਾਇਦਾ ਵੀਡੀਓਗ੍ਰਾਫੀ ਹੋਣੀ ਆ। ਅਸੀਂ ਯਕੀਨ ਤੇ ਤਾਂ ਲੋਕ ਵੋਟਾਂ ਵੀ ਪਾ ਦੇਣਾ। ਤੁਸੀਂ ਤਾਂ ਜੁਦੇਨ ਦੀ ਗੱਲ ਕਰਦੇ ਵੀ ਉਸ ਤੇ ਵੀ ਯਕੀਨ ਨਹੀਂ, ਫਿਰ ਲੋਕੀ ਯਕੀਨ ਕਰਕੇ ਵੋਟਾਂ ਵੀ ਤਾਂ ਪਾ ਦੇਣਾ। ਤਾਂ ਲੋਕਾਂ ਕੋਲੇ ਆਪਸ਼ਨ ਕੀ ਆ? ਤੁਸੀਂ ਇਹ ਦੇਖ ਲਓ ਵੀ ਬਾਦਲ ਆਪਦੀਆਂ 7 ਪੀੜ੍ਹੀਆਂ ਨੂੰ ਕਹਿ ਜੂਗਾ ਵੀ ਕਦੇ ਵੋਟਾਂ ਦਾ ਬਾਈਕਾਟ ਨਾ ਕਰਿਓ। ਜੇ ਲੋਕ ਵੋਟਾਂ ਨਾ ਪਾਉਣ ਜਾਣਗੇ, ਜਿਹੜੇ ਇਹਨਾਂ ਦੇ ਯਾਰ ਪਿੱਠੂ ਆ 4-4 5-5, ਉਹ ਜਾ ਕੇ ਪਾਣਗੇ ਤਾਂ ਵੀ ਜਿੱਤਣ ਜਾਣਗੇ। ਕਿਉਂਕਿ ਸੰਵਿਧਾਨ ਨੇ ਜਦੋਂ ਇਲੈਕਸ਼ਨ ਅਨਾਉਂਸ ਕਰਤਾ, ਵੋਟਾਂ ਜਿਹਨੂੰ 10 ਪੈ ਗਈਆਂ 9 ਪੈ ਗਈਆਂ, ਉਹ 10 ਨਾਲ ਜਿੱਤੂਗਾ। ਗੱਲ ਤਾਂ ਬਾਈਕਾਟ ਬਾਦਲ ਨੇ ਕੀਤਾ ਸੀ 1992 'ਚ ਵੀ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਦਾ ਬਾਈਕਾਟ ਕਰਦਾ। ਉਹਦੀਆਂ ਗਾਂ ਵਾਲੀਆਂ 10 ਪੀੜ੍ਹੀਆਂ ਨਹੀਂ ਕਰ ਸਕਦੀਆਂ ਇਲੈਕਸ਼ਨ ਦਾ ਬਾਈਕਾਟ ਕਰਕੇ। ਲੋਕ ਵਿਮੁਖ ਹੋ ਕੇ ਕਰਨਗੇ ਕੀ? ਕਿੰਨੀ ਗਿਣਤੀ ਆ? ਅਸੀਂ 10 ਲੱਖ ਬੰਦੇ ਦੇ, ਹੁਣ ਮੰਨ ਲਓ ਜਗਰਾਉਂ ਦੀ 1,35,000 ਆਬਾਦੀ ਆ। ਅਸੀਂ ਜੇ 1,34,000 ਵਿਮੁਖ ਹੋ ਕੇ ਵੋਟ ਪਾਉਣ ਨਹੀਂ ਜਾਂਦੇਗੇ। ਮੈਂ ਉਹਦਾ ਵੀ ਹੱਲ ਦਿੱਤਾ ਸੀ ਇਲੈਕਸ਼ਨ ਕਮਿਸ਼ਨਰ ਨੂੰ ਵੀ ਸਾਨੂੰ ਇੱਕ ਥੱਲੇ SDM ਦਾ ਨਿਸ਼ਾਨ ਦੇ ਦਿਓ। ਸਾਨੂੰ ਥੱਲੇ DC ਲਈ MLA ਸਾਡਾ SDM, ਸਾਨੂੰ ਕੋਈ ਕੈਂਡੀਡੇਟ ਪਸੰਦ ਨਹੀਂ। ਰਿਜੈਕਟ ਆ ਗਿਆ। ਰਿਜੈਕਟ ਕੀ ਹੱਲ ਆ? ਰਿਜੈਕਟ ਦਾ ਮਤਲਬ ਦੁਬਾਰਾ ਇਲੈਕਸ਼ਨ ਫਿਰ ਬੋਝ। ਸਾਡਾ 5 ਸਾਲ SDM MLA ਰਹੂਗਾ, MLA ਦਾ ਪੱਤਾ SDM ਨੂੰ ਰਲੂਗਾ। ਓਏ ਜਦ ਸਾਡਾ ਸਿੱਧਾ SDM ਦੇ ਦਫ਼ਤਰ ਜਾ ਕੇ 2000 ਦੇ ਕੇ ਕੰਮ ਹੋ ਜੂ, ਅਸੀਂ MLA ਦਾ 5000 ਵਿੱਚ ਪਵਾਈਏ ਕਿਉਂ? ਅਸੀਂ ਪੋਲੀਟੀਕਲ ਬੰਦਿਆਂ ਤੋਂ ਲੈਣਾ ਹੈ ਕਿਉਂ? ਅਸੀਂ ਡਿਟੈਕਟਰਸ਼ਿਪ 'ਚ ਯਕੀਨ ਕਰ ਲੈਂਦੇ ਆ। ਕਾਹਦੀ ਡੈਮੋਕ੍ਰੇਸੀ? ਲੋਕਤੰਤਰ ਦਾ ਤਾਂ ਇਹਨਾਂ ਨੇ ਘਾਣ ਕਰਕੇ ਰੱਖਤਾ, ਖਤਮ ਕਰਤਾ ਲੋਕਤੰਤਰ। ਕਿਉਂ ਨਾ ਅਸੀਂ ਰਾਸ਼ਟਰਪਤੀ ਸ਼ਾਸਨ 'ਚ ਜੀਏ? ਸਾਡਾ MP ਹੋਇਆ ਕਰੂਗਾ DC, MLA ਹੋਇਆ ਕਰੂਗਾ, ਚੋਣ ਨਿਸ਼ਾਨ 'ਚ ਪਵਾਉਂਗਾ ਮੈਂ, ਐਂਡ ਤੇ ਬਟਨ ਆਇਆ ਕਰੂ ਵੀ ਅਸੀਂ ਸਾਨੂੰ ਕੋਈ ਨੇਤਾ ਪਸੰਦ ਨਹੀਂ, ਅਸੀਂ SDM ਨੂੰ ਸਿਲੈਕਟ ਕਰਦੇ ਹਾਂ। ਚਲ ਨਸ਼ੇ ਦੀ ਗੱਲ ਕਰ ਲਈ। ਹੁਣ ਜਿਹੜੇ ਕਹਿੰਦੇ ਵੀ ਪੜ੍ਹੇ ਲਿਖੇ, ਜੇ ਕੋਈ ਵਿਅਕਤੀ ਪੜ੍ਹਿਆ ਲਿਖਿਆ DC ਜਾਂ IAS ਆਫੀਸਰ ਬਣ ਸਕਦਾ, ਫਿਰ ਨੇਤਾ ਦੀ ਵੀ ਕੀ ਪੜ੍ਹੀ ਹੁੰਦੀ ਕੈਟਾਗਰੀ ਹੋਣੀ ਚਾਹੀਦੀ ਵੀ ਕਿੰਨੇ ਪੜ੍ਹੇ ਹੋਣੇ ਚਾਹੀਦੇ? ਉਹ ਤਾਂ ਸਰ ਬਹੁਤ ਦੂਰ ਦੀ ਗੱਲ ਆ। ਤੁਸੀਂ ਆ ਡੋਪ ਟੈਸਟ ਜੀ ਜਲਵਾ ਪੇਸ਼ ਹੋਇਆ ਲਓ, 80% ਨੇਤਾ ਤੁਹਾਡੇ ਫੁਰ। ਇਹ ਕਿੱਥੇ ਲੱਭਣੇ ਆ? ਡੋਲੋ ਦੀ ਗੋਲੀ ਬੋਲ ਜਾ ਕਰਨੀ ਆ। ਡੋਲੋ ਦੀ ਗੋਲੀ ਤੱਕ ਬੋਲ ਪੈਣੀ ਆ ਇਹਨਾਂ 'ਚ। ਇਹ ਕਿਹੜਾ ਵਾ ਜਿਹੜਾ ਗੋਲੀ ਨਹੀਂ ਖਾਂਦਾ? ਕੋਈ ਆਯੁਰਵੈਦਿਕ ਦੇ ਨਾਂ ਤੇ, ਕੋਈ ਐਲੋਪੈਥਿਕ ਦੇ ਨਾਂ ਤੇ ਕੋਈ ਡਾਇਰੈਕਟ। ਇਹ ਤਾਂ ਪਿਓਰ ਆਈਸ ਛਕਣ ਵਾਲੇ ਆ। ਇਹ ਜਿਹੜੀ ਆਮ ਫੀਮ ਖਾਂਦੇ ਆ ਨਾ ਲੋਕ, ਇਹ ਤਾਂ 10ਵੇਂ ਦਰਜੇ ਦੀ ਆ। ਇਹਨਾਂ ਨੂੰ ਤਾਂ ਕੱਚ ਚਰਗੀ ਆਉਂਦੀ ਆ। ਜੀਭ ਤੇ ਰੱਖੋ ਛਾਲਾ ਪੈ ਜਾਵੇ। ਮੈਂ ਤਾਂ ਦੇਖਿਆ ਬਹੁਤ ਮੰਤਰੀਆਂ ਦੇ ਹਾਲ। ਮੈਂ ਸਰਦਾਰ ਬਿਆਨ ਸਿੰਘ ਜੀ 1990 'ਚ ਸਾਡੇ ਆਏ ਸੀ ਜਦੋਂ ਸੋਹੀਆਂ ਕਾਂਡ ਹੋਇਆ ਸੀ, ਮੇਰੇ ਘਰੇ ਵੀ ਤੇ ਸਾਡੇ ਬਾਜ਼ਾਰ 'ਚ ਵੀ। ਤੁਸੀਂ ਹੁਣ ਅਖਬਾਰ ਦੀ ਕਟਿੰਗ ਤੇ ਸਿੱਧੂ ਸਾਹਿਬ ਦੀ ਲਈ ਬੈਠੇ। ਅਖਬਾਰ ਦੀ ਕਟਿੰਗ ਬੜੀਆਂ ਆ। ਮੈਡਮ ਸਿੱਧੂ ਕਹਿੰਦੀ ਮੈਂ ਬਾਦਲ ਨੂੰ ਖੁਦ ਖਾਂਦੇ ਦੇਖਿਆ ਵਾ। ਠੀਕ ਹੈ, ਦੋਨੇ ਬਾਦਲ ਖਾਂਦੇ ਆ ਜੀ। ਖਾਣੇ ਦੇ ਟੇਬਲ ਤੇ ਪਈ ਹੁੰਦੀ ਆ, ਸਾਰੀ ਫੇਸਬੁੱਕ ਤੇ ਇਹਦੀ ਵੀਡੀਓ ਆ।
ਫਿਰ ਆ ਖਸਖਸ ਫਸਲ ਦੇ ਆਮ ਜਨਤਾ ਤੇ ਸੂਬਾ ਸਰਕਾਰ ਨੂੰ ਹੋਣ ਵਾਲੇ ਫਾਇਦੇ ਆ ਲਿਖਿਆ ਜੀ ਸ਼ਾਰਟਕਟ 'ਚ 20 ਸਾਲ ਦਾ ਰਿਕਾਰਡ। ਰਾਜਸਥਾਨ 'ਚ ਹੁੰਦੀ ਖੇਤੀ, ਰਾਜਸਥਾਨ 'ਚ ਖਸਖਸ ਚੱਲਦੀ ਹੈ, ਪੰਜਾਬ 'ਚ ਕਿਉਂ ਨਹੀਂ? ਪੰਜਾਬ ਦੇ ਕਿਉਂ ਨਹੀਂ ਹੁੰਦੀ ਵੀ ਖੇਤੀ? ਇਹ ਸਿਰਫ ਲੀਡਰਾਂ ਕਰਕੇ, ਇਹ ਆਪਣੇ ਆਪ ਨੂੰ ਸਹੀ ਸਾਬਤ ਦਿਖਾਉਣ ਦੀ ਖਾਤਰ ਨਸ਼ਾ ਮੁਕਤ, ਨਸ਼ਾ ਇਹਨਾਂ ਦੀ ਭੈਣ ਦਾ ਸੋਰੀ ਯਾਰ, ਤੁਸੀਂ ਆਮ ਖਸਖਸ ਕਰਿਆਨੇ ਦੀ ਦੁਕਾਨ ਤੇ ਮਿਲਦੀ ਆ, ਚਲੋ ਜੇ ਮਾੜੀ ਆ ਫਿਰ ਪੂਰੇ ਦੇਸ਼ 'ਚ ਬੰਦ ਕਰ ਦਿਓ। ਇਹ ਤਾਂ ਹੈ ਨਹੀਂ ਵੀ ਇਕੱਲੇ ਪੰਜਾਬ ਲਈ ਮਾੜੀ ਆ, 12 ਸੂਬਿਆਂ ਲਈ ਚੰਗੀ ਆ, ਫਿਰ ਤਾਂ ਤੁਸੀਂ ਆਪ ਪੈਦਾ ਕਰਦੇ ਹੋ। ਪੰਜਾਬ 'ਚ ਲੱਗਦਾ ਵੀ ਠੇਕੇ ਵੀ ਇਹਨਾਂ ਦੇ ਹੈਗੇ ਨੇ, ਸ਼ਰਾਬ ਦੇ ਠੇਕੇ ਬੰਦ ਹੋ ਜਾਣਗੇ ਖਸਖਸ ਆ ਗਈ ਤਾਂ ਤੁਸੀਂ ਨਸ਼ਾ ਘਟ ਜਾਊਗਾ। ਪਹਿਲਾਂ ਤਾਂ ਦਵਾ ਕੰਪਨੀਆਂ ਉੱਡ ਜਾਣੀਆਂ, ਆ ਬਲੱਡ ਪ੍ਰੈਸ਼ਰ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਬੀਪੀ, ਇਹ ਭੈਣ ਦੇ ਕਸਮ ਪੱਤਿਆਂ ਦੀ ਲੋੜ ਹੀ ਕੋਈ ਨਹੀਂ। ਇਹ ਸਭ WHO ਨਾਲ ਰਲ ਕੇ ਭੰਬਲ ਭੂਸਾ ਪਾਇਆ। ਖਸਖਸ 2000 ਰੁਪਏ ਕਿਲੋ, ਪ੍ਰਤੀ ਕੁਇੰਟਲ 2 ਲੱਖ ਰੁਪਏ ਹੋ ਗਏ। ਉਹਦਾ ਛਿਲਕਾ ਅੱਜ ਡੋਡੇ ਵਿਕ ਰਹੇ ਆ 6000 ਰੁਪਏ ਨੂੰ ਕਿਲੋ, ਉੱਪਰਲਾ ਛਿਲਕਾ। ਤੇ ਮੰਨ ਲਓ ਬਈ 6 ਲੱਖ ਰੁਪਏ ਪ੍ਰਤੀ ਕੁਇੰਟਲ ਹੋ ਗਏ। ਅਸੀਂ ਕਹਿੰਦੇ ਕੰਟਰੋਲ 'ਚ ਠੇਕੇ ਤੇ ਸਰਕਾਰ 100 ਰੁਪਏ ਦਾ ਦੇ ਦਿਆ ਕਰੇ 100 ਗ੍ਰਾਮ, 1000 ਰੁਪਏ ਕਿਲੋ, ਤਾਂ ਗਰੀਬ ਦਾ ਆਟਾ, ਨੂਨ, ਦਾਲ, ਚਾਵਲ ਆਪੇ ਸਸਤਾ ਹੋ ਗਿਆ। ਜਿਹਨੂੰ 600 ਦੀ 100 ਗ੍ਰਾਮ ਮਿਲਦੀ ਆ, ਉਹਨੂੰ 100 ਰੁਪਏ ਦੀ 100 ਗ੍ਰਾਮ ਮਿਲ ਜੂਦਾ। ਲੱਗਦਾ ਹੋ ਜੂਗਾ ਐਵੇਂ ਸਵਾਲ ਤਾਂ ਕਰਵਾਏ ਬਗੈਰ ਨਹੀਂ ਰਹਿੰਦਾ ਸੰਜੇ। ਇਹ ਮੇਰਾ ਜੀਵਨ ਦਾ ਮਕਸਦ ਆ। ਮੈਂ ਕੋ ਤਾਂ ਬਜਾਜੀ ਵੇਚਣ ਲਈ ਪੈਦਾ ਨਹੀਂ ਹੋਇਆ। 25 ਸਾਲ ਹੋ ਗਏ ਮੈਨੂੰ ਕੋਈ ਕੰਮ ਕੀਤੇ ਨੂੰ। ਆ ਸਰਦਾਰ ਜੀ ਫਾਈਲ ਫੜੀ ਨਹੀਂ ਜਾਂਦੀ ਗੀ, ਇਹਨੂੰ ਬਣਾਉਣ ਲੱਗੇ, ਆ ਹੁਣ ਆਉਣ ਲੱਗੇ। 14 ਰਾਤਾਂ ਮੈਂ ਜਾਗਦਾ ਰਿਹਾ। ਆ ਸੀਨੀਅਰ DC ਸਾਹਿਬ ਪ੍ਰਦੀਪ ਅਗਰਵਾਲ ਜੀ, ਠੀਕ ਹੈ, 2019 ਚੋਂ ਇਹਨਾਂ ਚੀਫ ਸੈਕਟਰੀ ਤੋਂ ਮੁੱਖ ਮੰਤਰੀ ਡਾਕਟਰ ਸੁੱਖੀ MLA ਬੰਗੇ ਫੰਕਸ਼ਨ ਰਖਾ ਕੇ, ਆ ਅਵਤਾਰ ਸਿੰਘ ਜੀ OSD ਸਾਹਿਬ ਚੰਨੀ ਸਾਹਿਬ ਦੇ, ਆ ਪ੍ਰਦੀਪ ਅਗਰਵਾਲ ਜੀ ਨਾਲ ਆ ਗਿਆ। ਆ ਪਵਨ ਗੋਇਲ ਜੀ ਇਹਨਾਂ ਦੇ ਕਾਰਜਕਾਰੀ ਪ੍ਰਧਾਨ ਕਾਂਗਰਸ ਪਾਰਟੀ ਦੇ, ਕਿਹਦੇ ਕੋਲੋਂ ਨਹੀਂ, ਆ ਸਿਮਰਜੀਤ ਸਿੰਘ ਬੈਂਸ ਜੀ ਲੋਕ ਇਨਸਾਫ ਪਾਰਟੀ ਦੇ। ਆ ਮੇਰੇ ਮਜ਼ਦੂਰ ਸਾਥੀ ਜਿਹੜੇ ਲੇਬਰ ਵਾਲੇ ਪਿੱਠ ਤੇ ਬੋਰੀ ਚੱਕ ਕੇ ਕੰਮ ਕਰਦੇ, ਮਿਹਨਤ ਕਰ, ਜਿਨ੍ਹਾਂ ਨੇ ਚਮਚਾ। ਆ ਗਾਂਧੀ ਸਾਹਿਬ, ਆ ਮੇਰੀ 2010 ਚ ਲੱਗੀ ਵੀ ਮਾਨਯੋਗ ਵਿਜੇ ਚੋਪੜਾ ਜੀ ਨੇ ਪਹਿਲੀ ਖਬਰ ਲਗਾਈ ਸੀ ਪੰਜਾਬ 'ਚ, ਜਦੋਂ ਕੋਈ ਲੋਕ ਸੋਚ ਵੀ ਨਹੀਂ ਸਕਦੇ ਸੀ। ਤੁਸੀਂ ਇੱਕ ਹੋਰ ਬੜਾ ਅਹਿਮ ਸਵਾਲ ਰੱਖਿਆ ਵੀ ਲੀਡਰਾਂ ਦੇ ਟੈਸਟ ਹੋਣੇ ਚਾਹੀਦੇ ਨੇ, ਡੋਪ ਟੈਸਟ ਹੋਣੇ ਚਾਹੀਦੇ ਨੇ। ਜਦੋਂ ਕੋਈ ਵਿਅਕਤੀ ਨੌਕਰੀ ਲੈਂਦਾ ਹੈ ਜਾਂ ਜਦੋਂ ਰਿਟਾਇਰ ਹੋ ਜਾਂਦਾ ਵਿਅਕਤੀ, 58-60 ਸਾਲ ਉਮਰ ਹੁੰਦੀ ਹੈ, ਇੱਕ ਲੀਡਰ ਵਾਸਤੇ ਉਮਰ ਕਿਉਂ ਨਹੀਂ ਤੈਅ ਕੀਤੀ ਜਾਂਦੀ? ਇਹ ਵਿੱਚ ਮੁੱਦਾ ਤੁਸੀਂ ਰੱਖਿਆ, ਇੱਕ ਲੀਡਰ ਦੀ ਉਮਰ ਤੈਅ ਹੋਣੀ ਚਾਹੀਦੀ ਨਾ। ਜੇ 58 ਸਾਲ ਤੋਂ ਬਾਅਦ ਮੁਲਾਜ਼ਮ ਕਹਿੰਦੇ, ਅੱਜ ਨਾ ਸੰਵਿਧਾਨ ਦੀ ਬੁੱਕ ਲਈ ਆ ਕੇ, ਮੈਂ ਅੱਜ ਤੱਕ ਕਦੇ ਕੋਈ ਕਾਨੂੰਨ ਦੀ ਕਿਤਾਬ ਨਹੀਂ ਪੜ੍ਹੀ, ਮੈਂ 9 ਪੜ੍ਹਿਆ ਹੋਇਆ। ਇਹ ਸਿਰਫ ਗੁਰੂ ਸਾਹਿਬ ਦੀ ਧੁਰ ਤੋਂ ਹੀ ਦਿੱਤੀ ਬਖਸ਼ੀਸ਼ ਆ ਵੀ ਉਹਨਾਂ ਨੇ ਡਿਊਟੀ ਲਾਤੀ ਸੀ ਵੀ ਤੂੰ ਇਹ ਕੰਮ ਕਰਨਾ, ਤੇ ਆਪਾਂ ਜੀਵਨੀ ਇਸ ਕੰਮ ਨੂੰ ਦੇਤਾ। ਮੇਰੇ ਕੋਲ ਬੜਾ ਕੁਛ ਆ। ਇਹ ਏਜ ਤੈਅ ਕਰਨੀ ਤਾਂ ਬਾਅਦ ਦੀ ਗੱਲ ਆ। ਜਿਵੇਂ ਹੁਣ ਚਲੋ ਇੱਕ ਕੋਈ ਪੈਨਸ਼ਨ ਦਾ ਰੌਲਾ ਆ ਜਾਂਦਾ ਵਾ, ਕਈ ਕਹਿੰਦੇ ਪੈਨਸ਼ਨਾਂ 5-5, ਉਹ 5 ਪੈਨਸ਼ਨਾਂ ਕਿਵੇਂ ਲੈ ਜਾਊਗਾ? ਪੈਨਸ਼ਨ ਤਾਂ ਇੱਕ ਹੀ ਮਿਲੂਗੀ ਨਾ, ਉਹ ਵੀ ਜਦੋਂ ਰਿਟਾਇਰ ਹੋ ਗਏ। ਰਿਟਾਇਰ ਇਹਨਾਂ ਨੂੰ ਸਲਾਹ ਹੋਇਆ ਕਿਹੜਾ ਵਾ? ਮਰ ਕੇ MLA ਛੁੱਟਦਾ ਵਾ, ਰਿਟਾਇਰ ਤਾਂ ਇਹਨਾਂ ਕੋਲ ਹੁੰਦਾ ਹੀ ਨਹੀਂ। ਆ ਮਰਨ ਤੱਕ ਹੀ ਲੜਦੇ ਆ ਚੋਣਾਂ ਇਹ। ਤੁਸੀਂ ਆ ਦੇਖ ਲਓ, ਬਾਦਲ ਦਾ ਹਾਲ ਦੇਖ ਲਓ, ਰਿਟਾਇਰ ਹੋਊਗਾ ਤਾਂ ਪੈਨਸ਼ਨ ਲਊਗਾ, ਜਦੋਂ ਉਹਨੇ ਰਹਿਣਾ ਹੀ ਪ੍ਰੈਜ਼ੈਂਟ ਆ। ਇੱਕ ਮੁਲਾਜ਼ਮ ਕਿਤੇ ਰਿਟਾਇਰ ਹੋਵੇ 60 ਸਾਲ ਦੀ ਉਮਰ 'ਚ, ਉਹ ਸਰੀਰ ਤੋਂ ਤੇ ਕੰਮ ਦੀ ਉਮਰ 'ਚ, ਉਹ ਚੰਨੀ ਨੇ ਕਿਹਾ ਤਾਂ ਜਿਹੜੇ ਸਾਲ ਐਕਸਟੈਂਸ਼ਨਾਂ ਤੇ ਸੀ ਨਾ, 2-2 ਸਾਲ ਉਹ ਵੀ ਰਿਲੀਵ ਕਰਤੇ ਵੀ ਨੌਜਵਾਨਾਂ ਨੂੰ ਮੌਕਾ ਦੇਣਾ ਵਾ। ਆਪ ਇਹ 58ਵੇਂ 'ਚ ਆ ਕੇ ਮੁੱਖ ਮੰਤਰੀ ਬਣਿਆ ਵਾ, ਤੇ ਜੇ ਗਾਂ ਇਹ ਝਾਕ ਰੱਖਦਾ ਵਾ। ਆਮ ਲੋਕ ਕਿੱਥੇ ਖੜੇ ਨੇ ਇਹਨਾਂ ਚੀਜ਼ਾਂ 'ਚ? ਮੈਂ ਕਹਿੰਦਾ ਤੁਸੀਂ ਦੇਖੀ ਚੱਲੋ, ਆਮ ਲੋਕ ਨਜ਼ਰ ਆਣਗੇ। ਆਮ ਲੋਕ, ਤੁਹਾਡੀ ਹੁਣ ਸੋਸ਼ਲ ਮੀਡੀਆ ਦੀ ਤੁਹਾਡੀ ਐਡੀ ਪਾਵਰ ਹੋ ਗਈ ਆ ਵੀ ਹੁਣ ਜਨ ਜਾਗਰਣ ਆ, ਐਂ ਨਹੀਂ ਹੈ। ਤੁਸੀਂ ਜਿਵੇਂ ਕਿਹਾ ਨਾ ਵੋਟਾਂ ਦੀ ਲੋਕਾਂ ਕੋਲ ਜਿੱਦਣ ਆਪਸ਼ਨ ਮਿਲ ਗਈ ਨਾ, ਆ ਮੈਂ ਜਲਦੀ ਹੀ, ਮੈਂ 1998 'ਚ ਰਾਸ਼ਟਰਪਤੀ ਨੂੰ ਲਿਖਿਆ ਸੀ ਵੀ ਤੁਸੀਂ, ਮੈਂ ਇਹਨਾਂ ਦੇ ਅੰਡਰ ਰਹਿਣ ਨਾਲੋਂ, ਜਦੋਂ BP ਸਿੰਘ ਵਾਲਾ ਰੌਲਾ ਪਿਆ ਨਾ ਆਰਕਸ਼ਣ ਦਾ, 6 ਮਹੀਨੇ ਬਾਅਦ HD ਦੇਵੇ ਗੌੜਾ, ਇੰਦਰ ਕੁਮਾਰ ਗੁਜਰਾਲ, ਇਹਨਾਂ 'ਚ ਸਭ ਤੋਂ ਬੈਸਟ ਪ੍ਰਧਾਨ ਮੰਤਰੀ ਆਏ ਸੀ ਚੰਦਰ ਸ਼ੇਖਰ, ਜਿਨ੍ਹਾਂ ਦਾ ਮੈਂ ਫੈਨ ਆ। ਕਿਆ ਬਾਤ ਸੀ। ਮੈਂ ਆਖਰੀ ਸਵਾਲ ਹੈ, ਖਸਖਸ ਦੀ ਖੇਤੀ ਹੁੰਦੀ ਵੀ ਹੈ ਤਾਂ ਲੱਗਦਾ ਵੀ ਖਸਖਸ ਦੀ ਖੇਤੀ ਪੰਜਾਬ 'ਚ ਹੁੰਦੀ ਤੇ ਕਈ ਲੀਡਰਾਂ ਦੇ ਠੇਕੇ ਨੇ ਸ਼ਰਾਬ ਦੇ, ਉਹ ਸ਼ਰਾਬ ਦੇ ਠੇਕੇ ਦੇ ਰੈਵਨਿਊ ਘੱਟ ਹੋ ਜਾਊਗਾ। ਲੱਗਦਾ ਇੱਕ ਡਰ ਹੈਗਾ ਇਹਨਾਂ ਦੇ ਮਨ 'ਚ, ਇਹਨਾਂ ਨੂੰ ਫਿਰ ਖਸਖਸ ਤੋਂ ਰੈਵਨਿਊ ਆਇਆ ਕਰੂਗਾ। ਠੇਕੇ ਦਾ ਗਵਰਨਮੈਂਟ ਨੂੰ ਵੀ ਰੈਵਨਿਊ ਆਣਾ, 60 ਸਾਲ ਠੇਕੇ ਦੀ ਪਰਚੀ, ਠੀਕ ਹੈ। ਫਿਰ ਰੁਜ਼ਗਾਰ ਕਿੰਨਾ ਵਧਣਾ, ਫਿਰ ਇਹਦੀ ਬਿਜਾਈ ਵੇਲੇ ਸਿਕਿਉਰਿਟੀ ਰੱਖਣੀ ਆ, ਫਿਰ ਪਿੰਡ 'ਚ ਕੰਮ ਵਧਣਾ, 10,000 ਮੁਲਾਜ਼ਮ ਨਵਾਂ ਖਸਖਸ ਪੰਜਾਬ ਬੋਰਡ ਸਥਾਪਿਤ ਹੋ ਜਾਣਾ ਵਾ। ਪੰਜਾਬ ਦਾ ਖਸਖਸ ਬੋਰਡ ਬਣ ਜਾਣਾ। ਜੇ ਇਹਨਾਂ ਨੇ ਜਲਦੀ ਨਾ ਬਣਾਇਆ ਤਾਂ ਸੰਜੇ www.com ਖਸਖਸ ਪਕੀਜਾ ਦੀ ਵੈਬਸਾਈਟ ਬਣਾ ਕੇ ਲੋਕਾਂ ਦੀ VOTING ਕਰਾ ਕੇ ਸੁਪਰੀਮ ਕੋਰਟ ਰੱਖ ਕੇ ਆਪ ਦਾ ਪੈਰਲਰ ਬੋਰਡ ਬਣਾਊਗਾ। ਲੋਕ ਲੀਡਰ ਕਿਉਂ ਨਹੀਂ ਚਾਹੁੰਦੇ? ਮੇਨ ਮੋਟਾ ਸਵਾਲ, ਲੀਡਰ ਕਿਉਂ ਨਹੀਂ ਚਾਹੁੰਦੇ ਖਸਖਸ ਦੀ ਖੇਤੀ ਨੂੰ? ਐਵੇਂ ਭੰਬਲ ਭੂਸਾ ਵੀ ਲੋਕ ਕਹਿਣਗੇ ਹਾਏ ਆਹ ਫੀਮ ਖੋਲ ਗਿਆ, ਆਹ ਪੋਸਟ ਖੋਲ ਗਿਆ। ਉਹ ਜਿਹੜੇ ਭੈਣ ਦਾ ਕਸਮ ਬੰਦ ਕਰਕੇ ਉਹਨਾਂ ਦੀ ਜਾਨ ਨੂੰ ਵੀ ਤਾਂ ਲੋਕ ਰੋਂਦੇ ਹੀ ਆ।
ਜਾਂ ਤਾਂ ਫਿਰ ਪੂਰੇ ਦੇਸ਼ 'ਚ ਬੰਦ, ਨਹੀਂ ਅਦਰ ਸਟੇਟਾਂ ਦੀ ਵੇਸਟੇਜ ਸਾਨੂੰ ਮਿਲ ਜੇ। ਧੰਨਵਾਦ। ਤੇ ਸਾਡੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਸੰਜੇ ਪਕੀਜਾ ਜੀ, ਜਿਨ੍ਹਾਂ ਨੇ ਅੱਜ ਚੋਣ ਕਮਿਸ਼ਨ ਵਿੱਚ ਜਾ ਕੇ ਇੱਕ ਚਿੱਠੀ ਲਿਖੀ। ਚਿੱਠੀ ਵਿੱਚ ਲਿਖਿਆ ਗਿਆ ਕਿ ਜਿੰਨੇ ਵੀ ਲੀਡਰ ਨੇ 117 ਸੀਟਾਂ ਦੇ ਉੱਤੇ ਚੋਣਾਂ ਲੜਨਗੇ, ਉਹਨਾਂ ਦਾ ਜਾ ਕੇ ਡੋਪ ਟੈਸਟ ਹੋਣਾ ਚਾਹੀਦਾ, ਲਾਈਵ ਡਿਟੈਕਟਿਵ ਟੈਸਟ ਹੋਣਾ ਚਾਹੀਦਾ, ਜਾ ਕੇ ਪਛਾਣ ਹੋ ਸਕੇ ਉਹ ਨਸ਼ਾ ਕਰਦੇ ਕਿ ਨਹੀਂ ਕਰਦੇ। ਇੱਕ 58 ਸਾਲ ਦੀ ਉਮਰ ਤੋਂ ਬਾਅਦ ਮੁਲਾਜ਼ਮ ਰਿਟਾਇਰ ਹੋ ਜਾਂਦਾ, ਫਿਰ ਸਿਆਸੀ ਲੀਡਰ 58 ਸਾਲ ਦੀ ਉਮਰ ਤੋਂ ਬਾਅਦ ਵੀ ਕਿਉਂ ਚੋਣਾਂ ਲੜਦੇ ਨੇ, ਵੀ ਸਭ ਤੋਂ ਵੱਡਾ ਸਵਾਲ ਹੈ। ਤੇ ਦੂਸਰੇ ਪਾਸੇ ਜਿਹੜੇ ਖੁਦ ਕਹਿੰਦੇ ਨੇ ਕਿ ਨਸ਼ਾ ਨਹੀਂ ਹੋਣਾ ਚਾਹੀਦਾ, ਕਿ ਵਾਕਈ ਹੀ ਇਹਨਾਂ ਦੀ ਚੋਣ ਕਮਿਸ਼ਨ ਸੁਣਨਗੇ, ਉਹ ਜਿੰਨੇ ਵੀ 2022 ਦੇ ਵਿੱਚ ਜਾ ਕੇ ਚੋਣਾਂ ਲੜਨਗੇ ਉਹਨਾਂ ਦੇ ਡੋਪ ਟੈਸਟ ਹੋ ਜਾਣਗੇ। ਇਹ ਸਭ ਤੋਂ ਵੱਡਾ ਸਵਾਲ ਹੈ ਤੇ ਇਸ ਖਬਰ ਤੇ ਵੀ ਸਾਡੀ ਨਜ਼ਰ ਬਣੀ ਰਹੇਗੀ।